जिन्ने लोग थे कोई नठ भज करके बच गया, बाकी सब मारते उत्थे बढ़ते सब। मैं उहदे विचे था उत्थे, उस कतलेआम दे विच मैं विच था। ਜਿਹੜੇ थे सब नाले थे उन्हां दे विचों कोई भी नहीं बचा, सारे ही मार हो गए। माँ बाप भैन भाई ਜਿਹੜੇ भी थे उत्थे सारे ही मार हो गए। ग्राउंड का कोई ਜਿਹੜਾ बंदा पिछे रह गया या दौड़ गया जंगल में बढ़ गया वो बचा, नहीं तो सब खत्म कर जाकर। कुछ जथे मूहरे ते आ गए, कुछ पहले ही थे उत्थे घेर के इन्होंने पहला नगद माया लुटी, लिया तेरे पा क्या है। उसके बाद चंगिया चंगिया तीवियां इन्होंने छांटियां, उसके बाद कतलेआम करते। ਤੁਸੀਂ ਜੱਦੀ ਪੁਸ਼ਤੀ ਇੱਥੇ ਰਹਿੰਦੇ ਹੋ, ਕਿੰਨੀ ਕੁ ਜ਼ਮੀਨ ਸੀ ਤੁਹਾਡੇ ਕੋਲ? अरे भाई 20-25 बीघे था होगा। हाँ बाकी इन्ना पक्का पता भी नहीं, 10 बीघे घट वध ना 10-20 बीघे घट वध भी हो सकते। 1947 ਦੀ ਵੰਡ ਹੁੰਦੀ ਹੈ, ਕੋਈ ਪਾਕਿਸਤਾਨ ਵੀ ਗਿਆ? पाकिस्तान मेरे ताए के मुंडे गए, उन्होंने अपनी उन्होंने बाप पूरा पहला मर गया था 47 ते, उन्होंने उत्थे जमीन उन्होंने मिली सी क्योंकि उन्होंने नाँ ते साड़ी जी जमीन थी वो साढ़े बाप के नाँ ते। बाप साड़ा कतल होया इत्थे, इस करके सानू मिली नहीं। तो लोग मारे जिथे लोग सारे इकट्ठे मारे उन्होंने विचे मरिया साड़ा बाप के। माँ ਬਾਪ ਦੀ ਜ਼ਮੀਨ ਸੀ ਉਹ ਤੁਹਾਨੂੰ ਮਿਲੀ ਹੋਣੀ ਫਿਰ? ਉਹ ਭੋਰਾ ਮਿਲਿਆ ਹੀ ਨਹੀਂ ਵੀ ਬਾਪ ਦੀ ਜ਼ਮੀਨ ਦਾ। ਤਾਂ ਬਾਪ ਵਾਲੀ ਜ਼ਮੀਨ ਪਿੱਛੇ ਤਾਂ ਗੱਲਾਂ ਕਰਦੇ ਅਸੀਂ ਕਿ ਸਾਨੂੰ ਸਾਡਾ ਹੱਕ ਨਹੀਂ ਮਿਲਿਆ। ਉਹ ਕਹਿੰਦੇ ਵੀ ਮਤਲਬ ਨਾ ਛੋਟੇ ਛੋਟੇ ਬੱਚੇ ਨਾ ਮਰੀ ਵੀ ਮਾਂ ਨੂੰ ਛਾਤੀ ਦੇ ਉੱਪਰ ਦੁੱਧ ਚੁੰਗਦੇ ਸੀ। ਮਤਲਬ ਜਦੋਂ ਇਹ ਆਪਾਂ ਵਾਰਦਾਤ ਸੁਣਦੇ ਆ ਨਾ ਜੀ, ਤੇ ਫਿਰ ਅੱਖਾਂ ਦੇ ਵਿੱਚ ਮਤਲਬ ਆਟੋਮੈਟਿਕ ਰੋਣਾ ਆਉਂਦਾ ਸੀ ਕਿ ਮੇਰੇ ਮਾਲਕਾ ਵੀ ਮਤਲਬ ਉਹ ਟਾਈਮ ਕੈਸਾ ਸੀ। ਅਤੇ ਸਾਡੇ ਪਿਤਾ ਜੀ ਦੀ ਪਰਵਰਿਸ਼ ਜੋ ਕਰੀ ਜੀ, ਇੱਕ ਹਿੰਦੂ ਪਰਿਵਾਰ ਨੇ ਕਰੀ ਹੈ ਜੀ। ਹਿੰਦੂ ਪਰਿਵਾਰ ਮਿਰਜ਼ਾ ਪਰ ਰਹਿੰਦਾ ਹੈ ਜੀ, ਬਚਨਾ ਰਾਮ ਸਨ ਆਫ ਫਰੂੜੀਆ ਰਾਮ। ਭਾਰਤ ਪਾਕਿਸਤਾਨ ਦੀ ਜਦੋਂ ਵੰਡ ਹੁੰਦੀ ਹੈ ਤਾਂ ਉਸ ਵੰਡ ਦੇ ਵਿੱਚ ਜੋ ਕਤਲੇਆਮ ਹੁੰਦਾ ਹੈ ਉਸ ਦੇ ਵਿੱਚ ਇਕੱਲੇ ਮੁਸਲਮਾਨ ਨਹੀਂ, ਇਕੱਲੇ ਹਿੰਦੂ ਨਹੀਂ, ਇਕੱਲੇ ਸਿੱਖ ਨਹੀਂ, ਸਭ ਕੌਮਾਂ ਦਾ ਇੱਕ ਹੱਤਿਆ ਹੋਈ ਹੈ। ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਉਹ ਕਤਲੇਆਮ ਜਦੋਂ ਵੀ ਉਹਨਾਂ ਚਿਹਰਿਆਂ ਦੇ ਅੱਗੇ ਆਉਂਦਾ ਹੈ ਤਾਂ ਅੱਜ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ। ਜਦੋਂ ਘਰਾਂ ਤੋਂ ਕੱਢ ਕੇ ਬਾਹਰ ਮਾਰੇ ਗਏ ਸੀ, ਜਦੋਂ ਹਰ ਇਨਸਾਨ ਇਹ ਚਾਹੁੰਦਾ ਸੀ ਕਿ ਮੈਂ ਪਾਕਿਸਤਾਨ ਵਾਲੇ ਪਾਸੇ ਚਲੇ ਜਾਵਾਂ, ਕੋਈ ਕਹਿੰਦਾ ਸੀ ਮੈਂ ਭਾਰਤ ਵਾਲੇ ਪਾਸੇ ਚਲੇ ਜਾਵਾਂ। ਜੋ ਮੁਸਲਿਮ ਭਾਈਚਾਰਾ ਸੀ ਉਹਨਾਂ ਨੂੰ ਇਹ ਸੀ ਕਿ ਜਦੋਂ ਪਾਕਿਸਤਾਨ ਬਣ ਰਿਹਾ ਤਾਂ ਮੁਸਲਮਾਨ ਭਾਈਚਾਰੇ ਦਾ ਬਣ ਰਿਹਾ ਹੈ। ਜਦੋਂ ਭਾਰਤ ਬਣਿਆ ਤਾਂ ਭਾਰਤ ਦੇ ਵਿੱਚ ਇਹ ਸੀ ਹਿੰਦੂ ਭਾਈਚਾਰੇ ਨੂੰ, ਸਿੱਖਾਂ ਨੂੰ ਕਿ ਅਸੀਂ ਭਾਰਤ ਦੇ ਵਿੱਚ ਰਹੀਏ। ਪਰ ਉਸ ਟਾਈਮ ਦੇ ਵਿੱਚ ਕੁਝ ਕੁ ਸਮਾਂ ਦਿੱਤਾ ਗਿਆ ਸੀ ਕਿ ਜੋ ਪਾਕਿਸਤਾਨ ਚਲੇ ਗਏ ਪਾਕਿਸਤਾਨ ਰਹਿਣਗੇ, ਜੋ ਭਾਰਤ ਦੇ ਵਿੱਚ ਰਹਿ ਗਏ ਭਾਰਤ ਦੇ ਵਿੱਚ ਰਹਿਣਗੇ। ਪਰ ਉਸ ਟਾਈਮ ਦੇ ਵਿੱਚ ਜੋ ਮੁਸਲਿਮ ਭਾਈਚਾਰੇ ਪਾਕਿਸਤਾਨ ਚਲੇ ਗਏ ਸੀ ਉਹਨਾਂ ਨੂੰ ਇੱਥੋਂ ਦੀਆਂ ਜ਼ਮੀਨਾਂ ਦੇ ਹੱਕ, ਇੱਥੋਂ ਦੀ ਜ਼ਮੀਨਾਂ ਪਾਕਿਸਤਾਨ ਦੇ ਵਿੱਚ ਕੱਟ ਕੇ ਦੇ ਦਿੱਤੀਆਂ ਸੀ ਅਤੇ ਉੱਥੇ ਦੇ ਜਿਹੜੇ ਸਿੱਖ ਹਿੰਦੂ ਭਾਰਤ ਦੇਸ਼ ਦੇ ਵਿੱਚ ਆਏ ਸੀ ਉਹਨਾਂ ਨੂੰ ਭਾਰਤ ਦੇ ਦਿੱਤੀਆਂ ਸੀ। ਪਰ ਦੱਸਿਆ ਜਾ ਰਿਹਾ ਕਿ ਜੋ ਮੁਸਲਿਮ ਭਾਈਚਾਰੇ ਦੇ ਲੋਕ ਭਾਰਤ ਦੇ ਵਿੱਚ ਹੀ ਰਹਿ ਗਏ ਸੀ ਉਸ ਟਾਈਮ ਦੇ ਵਿੱਚ ਵੰਡ ਤੋਂ ਬਾਅਦ ਵੀ ਜਾਂ ਪਹਿਲਾਂ ਵੀ ਨਹੀਂ ਜਾ ਸਕੇ ਪਾਕਿਸਤਾਨ ਦੇ ਵਿੱਚ, ਤਾਂ ਉਹਨਾਂ ਦੇ ਹੱਕ ਅਜੇ ਕਈ ਪਰਿਵਾਰ ਇੱਦਾਂ ਦੇ ਨੇ ਜਿਨ੍ਹਾਂ ਨੂੰ ਨਹੀਂ ਮਿਲੇ। ਤਾਂ ਇਸ ਨੂੰ ਲੈ ਕੇ ਇੱਕ ਇਤਿਹਾਸਿਕ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਅੱਜ ਵੀ ਮੁਸਲਿਮ ਭਾਈਚਾਰਿਆਂ ਦੇ ਕਈ ਘਰ ਇੱਥੇ ਵਸਦੇ ਨੇ, ਪਰ ਆਪਣੇ ਹੱਕਾਂ ਦੇ ਵਾਸਤੇ ਕੋਰਟਾਂ ਦੇ ਵਿੱਚ ਘੁੰਮ ਰਹੇ ਨੇ, ਤਹਿਸੀਲਾਂ ਦੇ ਵਿੱਚ ਘੁੰਮ ਰਹੇ ਨੇ, ਪਰ ਉਹਨਾਂ ਨੂੰ ਅਜੇ ਤੱਕ ਆਪਣੇ ਜੱਦੀ ਪੁਸ਼ਤੀ ਜਿਹੜੇ ਹੱਕ ਨਹੀਂ ਮਿਲੇ ਕਿਉਂਕਿ ਉਹਨਾਂ ਦੇ ਬਜ਼ੁਰਗਾਂ ਦਾ ਉਸ ਕਤਲੇਆਮ ਦੇ ਵਿੱਚ ਵੀ ਹੱਤਿਆ ਹੋਈ ਹੈ। ਪਰ ਸਰਕਾਰਾਂ ਦੇ ਦਰਵਾਜ਼ੇ ਖੜਕਾ ਕੇ ਥੱਕ ਗਏ ਨੇ। ਇਤਿਹਾਸਿਕ ਪਿੰਡ ਸਿਸਮਾ ਦੇ ਵਿੱਚ ਪਹੁੰਚੇ ਹੋਏ ਹਾਂ। ਸਾਡੇ ਨਾਲ ਲੰਬੜਦਾਰ ਇੱਥੇ ਦੇ ਨੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ। ਲਾਲ ਖਾਨ ਸਾਡੇ ਨਾਲ ਨੇ। ਖਾਨ ਸਾਹਿਬ, ਜਦੋਂ 1947 ਦੀ ਵੰਡ ਹੁੰਦੀ ਹੈ ਦੱਸਿਆ ਜਾਂਦਾ ਹੈ ਕਿ ਬਹੁਤ ਕਤਲੇਆਮ ਹੋਇਆ, ਉਹ ਸਮਾਂ ਵੀ ਤੁਸੀਂ ਦੇਖਿਆ ਹੋਣਾ, ਕਿਵੇਂ ਦਾ ਸਮਾਂ ਸੀ? ਘਰਾਂ ਮਾਤੇ ਕੱਢ ਕੇ ਡੰਡੇ ਛੋਟੇ ਕਹਿੰਦੇ ਗੇਟ ਤੋਂ ਤੁਹਾਨੂੰ ਕਰਾਲੀ ਛੱਡ ਕੰਪ ਮੈਂ ਛੱਡ ਕੇ ਆਉਂਗੇ। ਨਦੀ ਪਾ ਕੇ ਉਹ ਯਾਰੇ ਪੁੱਜ ਜਿੱਥੇ ਪੋੜਾ ਹੋਣ ਲੱਗਿਆ ਵਾ ਉੱਥੇ ਜਾ ਕੇ ਕੁਛ ਜਿੱਥੇ ਮੂਹਰੇ ਤੇ ਆ ਗਏ, ਕੁਛ ਪਹਿਲਾਂ ਹੀ ਤੇ ਉੱਥੇ ਘੇਰ ਕੇ ਇਹਨਾਂ ਨੇ ਪਹਿਲਾਂ नगद माया लुटी, लिया तेरे पा क्या है। उसके बाद चंगिया चंगिया तीवियां इन्होंने छांटियां, उसके बाद कतलेआम करते इन्होंने। जिन्ने लोग थे कोई नठ भज करके बच गया, बाकी सब मारते उत्थे बढ़ते सब। मैं उहदे विचे था उत्थे। हाँ
ਉਸ ਕਤਲੇਆਮ ਦੇ ਵਿੱਚ ਮੈਂ ਵਿੱਚ ਤਾ ਉਹਦੇ ਤੁਹਾਡੇ ਪਰਿਵਾਰ ਦੇ ਕਿੰਨੇ ਕੁ ਉਸ ਟਾਈਮ ਦੇ ਵਿੱਚ ਕਤਲੇਆਮ ਹੋਇਆ? ਤੇ ਉੱਥੇ ਜਿਹੜੇ ਥੇ ਸਭ ਨਾਲੇ ਤੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਬਚਿਆ, ਸਾਰੇ ਹੀ ਮਾਰ ਹੋ ਗਏ। ਅੱਛਾ। ਮਾਂ ਬਾਪ ਭੈਣ ਭਾਈ ਜਿਹੜੇ ਵੀ ਥੇ ਉੱਥੇ ਸਾਰੇ ਹੀ ਮਾਰ ਹੋ ਗਏ। ਗਰਾਊਂਡ ਦਾ ਕੋਈ ਜਿਹੜਾ ਬੰਦਾ ਪਿੱਛੇ ਰਹਿ ਗਿਆ ਜਾਂ ਦੌੜ ਕੇ ਜੰਗਲ ਮਾ ਵੜ ਗਿਆ ਉਹ ਬਚਿਆ, ਨਹੀਂ ਤਾਂ ਸਭ ਖਤਮ ਕਰਤੇ। ਹਾਂ। ਅੱਛਾ, ਹੁਣ ਜਿਹੜਾ ਪਿੰਡ ਹੈ ਸਮਾਜ ਇਤਿਹਾਸਕ ਪਿੰਡ ਦੱਸਿਆ ਜਾਂਦਾ, ਇੱਥੇ ਵਪਾਰ ਵੀ ਹੁੰਦਾ ਰਿਹਾ ਹੈ ਤੇ ਤੁਹਾਡੇ ਮੁਸਲਿਮ ਭਾਈਚਾਰੇ ਦੇ ਵੀ ਕਈ ਘਰ ਇੱਥੇ ਰਹਿੰਦੇ ਨੇ, ਤਾਂ ਕਿੰਨੇ ਕੁ ਪਰਿਵਾਰ ਨੇ ਇੱਥੇ ਰਹਿ ਗਏ? ਉਰੇ ਤਾਂ ਹੁਣ ਆਪਣੀ ਪਰਿਵਾਰ ਇਹ ਇੱਕ ਘਰ ਸਮਝੇ ਇਸ ਭਾਈ ਦਾ, ਇੱਕ ਮੇਰਾ। ਹੋਰ ਇੱਥੇ ਬਹੁਤ ਬੜਾ ਕੰਮ ਨਹੀਂ ਹੈਗਾ। ਜਦੋਂ ਤੁਸੀਂ ਜੱਦੀ ਪੁਸ਼ਤੀ ਇੱਥੇ ਰਹਿੰਦੇ ਹੋ, ਕਿੰਨੀ ਕੁ ਜ਼ਮੀਨ ਸੀ ਤੁਹਾਡੇ ਕੋਲ? ਸਾਡੇ ਪਰ 20-25 ਵਿਗੇ ਥਾਂ ਹੋਊਗਾ। ਅੱਛਾ। ਹਾਂ, ਬਾਕੀ ਇੰਨਾ ਪੱਕਾ ਪਤਾ ਵੀ ਨਹੀਂ, 10 ਵਿਗੇ ਘੱਟ ਵੱਧ ਨਾ 10-20 ਵਿਗੇ ਘੱਟ ਵੱਧ ਵੀ ਹੋ ਸਕਦੇ ਆ। ਅੱਛਾ, ਕੋਈ ਤੁਹਾਡੇ ਪਰਿਵਾਰ ਦਾ ਮੈਂਬਰ ਜਦੋਂ 1947 ਦੀ ਵੰਡ ਹੁੰਦੀ ਹੈ ਕੋਈ ਪਾਕਿਸਤਾਨ ਵੀ ਗਿਆ? ਪਾਕਿਸਤਾਨ ਮੇਰੇ ਤਾਏ ਦੇ ਮੁੰਡੇ ਗਏ। ਅੱਛਾ। ਉਹਨਾਂ ਦਾ ਬਾਪ ਉਹਦਾ ਪਹਿਲਾਂ ਮਰ ਗਿਆ ਤਾਂ 47 ਤੇ। ਉਹਨਾਂ ਉੱਥੇ ਜ਼ਮੀਨ ਉਹਨਾਂ ਨੂੰ ਮਿਲ ਗਈ ਕਿ ਉਹਨਾਂ ਦੇ ਨਾਂ ਤੇ। ਸਾਡੀ ਜਿਹੜੀ ਜ਼ਮੀਨ ਤੀ ਉਹ ਸਾਡੇ ਬਾਪ ਦੇ ਨਾਂ ਤੇ। ਬਾਪ ਸਾਡਾ ਕਤਲ ਹੋਇਆ ਇੱਥੇ, ਇਸ ਕਰਕੇ ਸਾਨੂੰ ਮਿਲੀ ਨਹੀਂ। ਕਿੱਥੇ ਕਤਲ ਹੋਇਆ ਸੀ? ਇੱਥੇ 47 ਚ ਹੀ? ਹਾਂ, ਜਿੱਥੇ ਲੋਕ ਮਾਰੇ ਆ। ਅੱਛਾ। ਜਿੱਥੇ ਲੋਕ ਸਾਰੇ ਇਕੱਠੇ ਮਾਰੇ ਉਹਨਾਂ ਦੇ ਵਿੱਚ ਮਰਿਆ ਸਾਡਾ ਬਾਪ ਵੀ। ਮਾਂ ਜਿਹੜੀ ਬਾਪ ਦੀ ਜ਼ਮੀਨ ਸੀ ਉਹ ਤੁਹਾਨੂੰ ਮਿਲੀ ਹੋਣੀ ਫਿਰ? ਨਹੀਂ ਜੀ, ਨਹੀਂ, ਉਹ ਭੋਰਾ ਮਿਲਿਆ ਹੀ ਨਹੀਂ ਵੀ ਬਾਪ ਦੀ ਜ਼ਮੀਨ ਦਾ। ਤਾਂ ਬਾਪ ਵਾਲੀ ਜ਼ਮੀਨ ਪਿੱਛੇ ਤਾਂ ਗੱਲਾਂ ਕਰਦੇ ਅਸੀਂ ਵੀ ਸਾਨੂੰ ਸਾਡਾ ਹੱਕ ਨਹੀਂ ਮਿਲਿਆ। ਉਸ ਵਾਸਤੇ ਤੁਸੀਂ ਕੋਰਟ ਦੇ ਵਿੱਚ ਜਾਂ ਕਿਸੇ ਕੋਈ ਤਹਿਸੀਲ ਦੇ ਵਿੱਚ ਕਿਸੇ ਅਫਸਰ ਨੂੰ ਨਹੀਂ ਮਿਲੇ ਜਾ ਕੇ ਕਿ ਭਾਈ ਸਾਨੂੰ ਸਾਡਾ ਹੱਕ ਹੈ? ਪਹਿਲੀਆਂ ਮੈਂ ਤਾਂ ਅਸੀਂ ਸਾਨੂੰ ਤਾਂ ਰੋਟੀ ਖਾਣੇ ਦਾ ਵੀ ਤਰਸਤਾ ਹੈ। ਸਾਸਿਆ ਰੋਟੀ ਵੀ ਲੋਕਾਂ ਦੇ ਖਾਂਦੇ ਤੇ ਉਸ ਵਕਤ ਤਾਂ ਸਾਡਾ ਹੈ ਹੀ ਕੁਛ ਨਹੀਂ। ਤਾਂ ਹੁਣ ਜਦ ਤੇ ਕੁਛ ਮਾੜਾ ਮੋਟਾ ਅਸੀਂ ਰੋਟੀ ਖਾਣ ਲੱਗੇ, ਹੁਣ ਜੱਦਾ ਕੇਸ 15 ਸਾਲ ਹੋ ਗਏ ਕੇਸ ਚੱਲਦੇ ਨੂੰ, ਉਹ ਵੀ ਨਹੀਂ ਸਰਕਾਰ ਦੇ ਹੀ ਰਹੀ। ਕਿੰਨੇ ਸੇ 15 ਸਾਲ ਹੋ ਗਏ ਚੱਲਦੇ ਨੂੰ? ਹੋ ਗਏ 2014 ਚੱਲ ਰਹੀ 14 ਦੇ ਹੋ ਗਿਆ, 6 ਸਾਲ ਹੋ ਗਏ, 6-7 ਸਾਲ ਹੋ ਗਏ। ਜ਼ਿਆਦਾ ਹੋ ਗਏ। ਹਾਂ, 8 ਸਾਲ ਹੋ 8 ਸਾਲ ਹੋ ਗਏ। ਇੰਨਾ ਚਿਰ ਹੋ ਗਿਆ। ਹੁਣ ਦੁਬਾਰਾ ਫਿਰ ਕੇ ਜਦ ਪਾਇਆ ਉਹ ਵੀ ਹੁਣ ਤੱਕ ਨਹੀਂ ਮਿਲੀ। ਜ਼ਮੀਨ ਤੁਹਾਡੀ ਸੀ, ਤੁਹਾਡੇ ਬਜ਼ੁਰਗਾਂ ਦੀ, ਤੁਹਾਨੂੰ ਨਹੀਂ ਮਿਲੀ, ਕਾਰਨ ਕੀ? ਮਰਜ਼ੀ ਹੈ ਸਰਕਾਰ ਦੀ ਦੇ। ਸਾਡਾ ਤਾਂ ਫਰਜ਼ ਤਾਂ ਅਸੀਂ ਕੇਸ ਪਾਤਿਆ, ਮਰਜ਼ੀ ਅੱਗੇ ਹੁਣ ਸਰਕਾਰ ਦੀ ਦੇਣੀ ਹੈ ਨਾ ਦੇਣੀ ਉਹਨਾਂ ਦੀ ਮਰਜ਼ੀ ਹੈ। ਅੱਛਾ, ਕੋਈ ਉਮੀਦ ਜਾਗਦੀ ਹੈ? ਹੁਣ ਨਵੀਂ ਸਰਕਾਰ ਬਣੀ ਹੈ, ਲਗਾਤਾਰ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਛੁਡਾਏ ਜਾ ਰਹੇ ਨੇ, ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਹੱਕ ਮਿਲਣਗੇ। ਨਵੀਂ ਸਰਕਾਰ ਦੇ ਉੱਤੇ ਤੁਹਾਨੂੰ ਉਮੀਦ ਹੈ ਕਿ ਉਹ ਤੁਹਾਡੇ ਹੱਕ ਦਿਵਾਉਣਗੇ? ਹਾਂ, ਉਮੀਦ ਤਾਂ ਸਾਨੂੰ ਹੈ ਵੀ ਸਾਨੂੰ ਵੀ ਸਾਡੇ ਹੱਕ ਮਿਲੂਗਾ, ਕਿਉਂਕਿ ਅਸੀਂ ਵੀ ਹੁਣ ਉਮੀਦ ਰੱਖਦੇ ਵੀ ਨਵੀਂ ਸਰਕਾਰ ਬਣੀ ਹੈ ਵੀ ਸ਼ਾਇਦ ਸਾਨੂੰ ਵੀ ਮਿਲੇ ਜਾਵੇ ਕੁਛ। ਅੱਛਾ, ਜਿਹੜੇ ਤੁਸੀਂ ਦੱਸਿਆ ਕਿ ਤੁਹਾਡੇ ਚਾਚੇ ਦੇ ਮੁੰਡੇ ਪਾਕਿਸਤਾਨ ਚਲੇ ਗਏ, ਉਹਨਾਂ ਨੂੰ ਉੱਥੇ ਜਾ ਕੇ ਜ਼ਮੀਨਾਂ ਉਹਨਾਂ ਦੀਆਂ ਬਣ ਗਈਆਂ, ਉੱਥੇ ਇੱਥੋਂ ਦੀ ਜ਼ਮੀਨਾਂ ਉੱਥੇ ਮਿਲ ਗਈਆਂ, ਪਰ ਉਹਨਾਂ ਨੂੰ ਇੱਥੇ, ਪਰ ਤੁਹਾਨੂੰ ਇੱਥੇ ਸਾਨੂੰ ਇਸੀ ਕਰਕੇ ਨਹੀਂ ਮਿਲੀ ਕਿ ਸਾਡੀ ਜ਼ਮੀਨ ਜਿਹੜੀ ਸੀ ਸਾਡੇ ਬਾਪ ਦਾ ਨਾਂ ਤੇ। ਜਿੱਦਾਂ ਬਾਪ ਪਹਿਲਾਂ ਮਰ ਜਾਂਦਾ ਫਿਰ ਤਾਂ ਸਾਡੇ ਨਾਂ ਆ ਜਾਂਦੀ। ਸਾਡੇ ਨਾਂ ਨਹੀਂ ਆਈ, ਬਾਪ ਦੇ ਨਾਂ ਤੇ ਜ਼ਮੀਨ ਬਾਪ ਜਿਸ ਕਰਕੇ ਮਿਲੀ ਨਹੀਂ। ਤੁਹਾਡੇ ਕੋਲ ਉਸ ਟਾਈਮ 'ਤੇ ਕੋਈ ਫਰਦ ਹੈ, ਕੋਈ ਕਾਗਜ਼ ਹੈ ਬਾਪ ਦੀ ਜ਼ਮੀਨ ਦਾ? ਨਾ ਉਹ ਤਾਂ ਪਰ ਕਾਗਜ਼ ਤਾਂ ਕਾਗਜ਼ ਸੋਨਾ ਪੈਣਾ ਔਖਾ ਹੋ ਗਿਆ ਜਦ ਤਾਂ। 3-4 ਸਾਲ ਦਾ ਲੋਕਾਂ ਵੀ ਰਹੇ ਰੋਟੀਆਂ ਖਾਂਦੇ। ਹਾਂ, ਬਾਹਰ ਹੈ। ਜਿਹੜੇ ਇਹ ਕਾਗਜ਼ ਤੁਸੀਂ ਚੱਕੀ ਫਿਰਦੇ ਕਿਹੜੇ ਆ? ਇਹ ਫਿਰ ਬਾਅਦ ਵਿੱਚ ਕਢਵਾਏ ਤੇ। ਅੱਛਾ, ਇਹ ਬਾਅਦ ਵਿੱਚ ਕਢਵਾਏ ਤੇ। ਇਹ ਕਿੰਨੇ ਸੰਨ ਦੀ ਫਰਦ ਚੱਕੀ ਫਿਰਦੇ ਤੁਸੀਂ? ਕਿਹੜੀ ਆ ਓਏ? 1950-55। 1950-55 ਦੀ। ਹਾਂ, ਇਹਦੇ ਵਿੱਚ ਸਾਡੇ ਬਜ਼ੁਰਗਾਂ ਦੇ ਨਾਮ ਲਿਖੇ ਹੋਏ। ਅੱਛਾ, ਹਾਂ। ਤੇ ਹੁਣ ਜ਼ਮੀਨ ਕਿਹਦੇ ਨਾਮ ਬੋਲਦੀ ਹੈ? ਸਰਕਾਰ ਪਤਾ ਨਹੀਂ ਸਰਕਾਰ ਪਰ ਗਈ ਹੈ, ਕਿਆ ਹੋਇਆ ਕਿਆ ਨਹੀਂ। ਮੈਂ ਇੱਕ ਕਸਟੋਡੀਅਨ ਬਣ ਗਿਆ ਤਾਂ ਕਸਟੋਡੀਅਨ ਤੇ ਬਾਅਦ ਫਿਰ ਲੋਕਾਂ ਨੂੰ ਕੁਝ ਅਲਾਟਾਂ ਹੋ ਗਈਆਂ, ਕੁਝ ਉਹਨਾਂ ਨੇ ਆਪਣੀ ਵੇਚ ਦਿੱਤੀ, ਲੋਕਾਂ ਨੂੰ ਲਲਾਮ ਵੀ ਕਰੀਆਂ, ਲੋਕਾਂ ਨੂੰ ਕੱਟ ਕੇ ਵੀ ਦਿੱਤੀਆਂ, ਜਿਹੜੇ ਉੱਧਰ ਤੇ ਪਾਕਿਸਤਾਨ ਤੇ ਆਏ ਤੇ ਉਹਨਾਂ ਨੂੰ ਵੀ ਦਿੱਤੀਆਂ। ਹੁਣ ਬਿਨਾਂ ਜ਼ਮੀਨ ਤੇ ਤੁਸੀਂ ਗੁਜ਼ਾਰਾ ਕਿਵੇਂ ਕਰਦੇ? ਗੁਜ਼ਾਰਾ ਆਪਣੀ ਦਿਹਾੜੀ ਕਰ ਰਹੇ ਸਾਰੇ। ਆਪਣੀ 20 ਵਿਗਿਆਂ ਦੇ ਮਾਲਕ ਹੋ ਕੇ ਦਿਹਾੜੀ ਕਰ ਰਹੇ? ਹਾਂ, ਸਭ ਦਿਹਾੜੀ ਵਾਲਾ ਹੈ, ਨੌਕਰ ਕੋਈ ਨਹੀਂ ਹੈ, ਸਭ ਦਿਹਾੜੀ ਵਾਲੇ, ਨੌਕਰ ਕੋਈ ਨਹੀਂ ਹੈ। ਤੁਹਾਨੂੰ ਲੱਗਦਾ ਕਿ ਹਮੇਸ਼ਾ ਕਿਹਾ ਜਾਂਦਾ ਇਹ ਘੱਟ ਗਿਣਤੀਆਂ ਨਾਲ ਹਮੇਸ਼ਾ ਸਰਕਾਰਾਂ ਵੀ ਧੱਕਾ ਕਰਦੀਆਂ ਨੇ, ਲੋਕ ਵੀ ਧੱਕਾ ਕਰਦੇ ਨੇ, ਤਾਂ ਜਿਹੜੀ ਹੁਣ ਸਰਕਾਰ ਤੋਂ ਤੁਹਾਨੂੰ ਉਮੀਦ ਲੱਗਦੀ ਹੈ ਘੱਟ ਗਿਣਤੀਆਂ ਨੂੰ ਹੱਕ ਦਿੱਤੇ ਜਾਣਗੇ? ਆਸ ਤਾਂ ਪੱਕੀ ਹੈ ਵੀ ਸਾਨੂੰ ਹਰ ਮਿਲੇ ਜਾਵੇ। ਸਰਕਾਰ ਨਵੀਂ ਆਈ ਹੈ, ਸਾਨੂੰ ਵੀ ਫਾਇਦਾ ਹੋਊਗਾ ਕੁਝ। ਇਹਨਾਂ ਦੇ ਹੱਕ ਲਈ ਉਹ ਪਰਿਵਾਰ ਅੱਜ ਵੀ ਸਰਕਾਰਾਂ ਨੂੰ ਗੁਹਾਰ ਲਗਾ ਰਹੇ ਨੇ ਕਿ 1947 ਦੇ ਜਿਨ੍ਹਾਂ ਦੇ ਪਰਿਵਾਰ ਕਤਲ ਕਰ ਦਿੱਤੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਹੱਕ ਨਹੀਂ ਮਿਲਿਆ। ਅਕਬਰ ਖਾਨ ਵੀ ਸਾਡੇ ਨਾਲ ਨੇ। ਖਾਨ ਸਾਹਿਬ, ਫਰਦਾ ਚੱਕੀ ਫਿਰ ਰਹੇ ਹੋ, 6-7 ਸਾਲ 8 ਸਾਲ ਹੋ ਗਏ, ਦੱਸਿਆ ਜਾ ਕੋੜੇ ਚੱਕਰ ਕੱਟ ਰਹੇ ਹੋ, 20 ਵਿਗਿਆਂ ਦੇ ਮਾਲਕ ਹੋ ਕੇ ਦਿਹਾੜੀ ਕਰਦੇ ਫਿਰਦੇ ਹੈ। ਮੇਰੇ ਕੋਲ ਜੀ ਮੇਰੇ ਜਿਹੜੇ ਦਾਦਾ ਜੀ ਸੀਗੇ ਜੀ ਮਿਹਰਬਾਨ ਖਾਨ ਸਨ ਆਫ ਅਮਾਨਤ ਅਲੀ ਜੀ, ਉਹਨਾਂ ਦੇ ਨਾਮ 1950-51 ਦੀ ਫਰਜ਼ ਹੈ ਜਿਹੜੀ ਜੀ,
ਉਹਦੇ ਵਿੱਚ ਹੈ ਜੀ 43 ਵਿਗੇ ਜ਼ਮੀਨ ਹੈ ਸਾਡੇ ਨਾਮ ਜੀ, ਅੱਛਾ। ਦਾਦਾ ਜੀ ਦੇ ਨਾਮ ਸਾਡੇ। ਅਤੇ ਉਸ ਤੋਂ ਬਾਅਦ ਜੀ ਅਸੀਂ ਸਾਡੇ ਪਾਪਾ ਜੀ ਬਿਲਕੁਲ ਗਰੀਬ ਆਦਮੀ ਸੀਗੇ ਜੀ, ਅਸੀਂ 6 ਭੈਣ ਭਾਈ ਹੈ, ਉਹ ਸਾਡੀ ਪਰਵਰਿਸ਼ ਕਰਦੇ ਜਾਂ ਮਤਲਬ ਕੇਸ ਲੜਦੇ ਜੀ, ਡਰਦੇ ਮਾਰੇ ਉਹ ਚੁੱਪਚਾਪ ਆਪਣਾ ਜ਼ਿੰਦਗੀ ਕੱਟਦੇ ਰਹੇ ਜੀ। ਉਸ ਤੋਂ ਬਾਅਦ ਜੀ ਫਿਰ ਮੈਂ ਸਾਨੂੰ 2014 ਦੇ ਵਿੱਚ ਜੀ ਕਾਗਜ਼ ਦੇ ਵਿੱਚ 2012 ਵਿੱਚ ਕਰਾਉਣੇ ਸ਼ੁਰੂ ਕਰਤੇ ਤੇ ਜੀ, ਲੇਕਿਨ ਫਿਰ ਮੈਂ 2014 ਦੇ ਵਿੱਚ ਹੀ ਮੈਂ ਖਰੜ ਕੇਸ ਪਾਤਾ ਜੀ ਵੀ ਮੈਂ ਜੋ ਹੋਊਗਾ ਦੇਖੀ ਜਾਊਗੀ ਜੀ। ਉਹਦੇ ਵਿੱਚ ਮੈਂ ਪਾਰਟੀ ਆਪਣਾ ਗੌਰਮੈਂਟ ਨੂੰ ਬਣਾਇਆ ਜੀ ਕਿ ਵੀ ਸਾਨੂੰ ਸਾਡਾ ਹੱਕ ਨਹੀਂ ਮਿਲਿਆ ਜੀ। ਇੱਕ ਚਿੱਠੀ ਅਸੀਂ DC ਸਾਹਿਬ ਨੂੰ ਕੱਢੀ ਜੀ, ਇੱਕ ਤੇ ਆਪਣਾ ਚਿੱਠੀ ਸਾਡੇ ਵਕੀਲ ਸਾਹਿਬ ਨੇ ਮੌਜੂਦਾ ਜੋ ਆਪਣਾ ਇਹ ਹੁੰਦੇ ਨੇ ਤਹਿਸੀਲਦਾਰ ਸਾਹਿਬ ਉਹਨਾਂ ਨੂੰ ਕੱਢੀ ਕਿ ਵੀ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ ਜੀ। ਉਸ ਤੋਂ ਬਾਅਦ ਜੀ DC ਸਾਹਿਬ ਨੇ ਕਿਹਾ ਵੀ ਜੋ ਇਹਨਾਂ ਅਗਲੇ ਦੇ ਕਾਗਜ਼ਾਂ ਵਿੱਚ ਹੈਗਾ ਜੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਆਪਣਾ ਕੇਸ ਪਾ ਸਕਦੇ ਹੋ ਜੀ। ਉਸ ਤੋਂ ਬਾਅਦ ਜੀ ਮੈਂ ਸਾਨੂੰ 2014 ਵਿੱਚ ਕੇਸ ਪਾਤਾ ਜੀ। ਕੇਸ ਅੱਜ ਤੱਕ ਚੱਲ ਰਿਹਾ ਜੀ, ਲੇਕਿਨ ਅਜੇ ਤੱਕ ਸਾਨੂੰ ਮਤਲਬ ਕੋਈ ਇਨਸਾਫ ਨਹੀਂ ਮਿਲਿਆ ਜੀ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸਾਡੀਆਂ ਇਨਕੁਆਰੀਆਂ ਵੀ ਇੱਥੇ ਆਈਆਂ ਜੀ, ਲੇਕਿਨ ਇੱਕ ਪਿਆਰਾ ਸਿੰਘ ਸੀਗਾ ਨਾਮ ਦਾ ਅਫਸਰ ਸੀਗਾ ਜੀ, ਜੋ ਕਿ ਇਹਦਾ ਤਹਿਸੀਲਦਾਰ ਸਾਹਿਬ ਦਾ ਰੀਡਰ ਸੀਗਾ ਜੀ, ਉਸ ਦੇ ਕੋਲ ਸਾਡੀ ਇਨਕੁਆਰੀ ਆਈ ਜੀ, ਮੇਰੀ ਅਤੇ ਲਾਲ ਖਾਨ ਤਾਇਆ ਜੀ, ਮੇਰੇ ਤਾਇਆ ਜੀ ਲੱਗਦੇ ਨੇ ਲਾਲ ਖਾਨ ਜੀ, ਮਤਲਬ ਪਿੰਡ ਵਿੱਚੋਂ ਲਾਲ ਖਾਨ ਜੀ ਸਾਡੇ ਤਾਇਆ ਜੀ ਲੱਗਦੇ ਨੇ ਜੀ, ਪਰਿਵਾਰ ਵਿੱਚੋਂ ਜੀ। ਠੀਕ ਹੈ ਜੀ। ਲੇਕਿਨ ਇਹਨਾਂ ਦੇ ਜਿਹੜੇ ਡੈਡੀ ਅਲੱਗ ਹੈ, ਮੇਰੇ ਡੈਡੀ ਅਲੱਗ ਨੇ। ਉਸ ਤੋਂ ਬਾਅਦ ਜੀ ਉਸਨੇ ਜੋ ਚਿੱਠੀ ਬਣਾ ਕੇ ਭੇਜੀ ਹੈ ਜੀ, ਉਸਨੇ ਕਿਹਾ ਵੀ ਕਿ ਮਿਹਰਬਾਨ ਖਾਨ ਪਾਕਿਸਤਾਨ ਚਲਾ ਗਿਆ ਜੀ, ਕਿ ਮਿਹਰਬਾਨ ਖਾਨ ਤਾਂ ਪਾਕਿਸਤਾਨ ਚਲੇਗਾ ਜੀ। ਫਿਰ ਨੰਬਰ 2 ਸਰ ਉਸਨੇ ਲਿਖਿਆ ਕਿ ਵੀ ਮਿਹਰਬਾਨ ਖਾਨ ਛੜਾ ਸੀ। ਜਦੋਂ ਉਹਨੇ 4-5 ਪੁਆਇੰਟ ਲਿਖ ਕੇ ਭੇਜੇ ਜੀ, ਅਤੇ ਮੈਨੂੰ ਸਰਕਾਰੀ ਵਕੀਲ ਸਾਹਿਬ ਨੇ ਮੈਨੂੰ ਪੁੱਛਿਆ ਕਿ ਵੀ ਇਹ ਗੱਲਾਂ ਹੋਈਆਂ ਨੇ ਵੀ ਮਤਲਬ ਉਹ ਕਹਿੰਦੇ ਵੀ ਮਿਹਰਬਾਨ ਖਾਨ ਛੜਾ ਥਾ। ਫਿਰ ਮੈਂ ਉਹਨਾਂ ਨੂੰ ਇੱਕੋ ਕਿਹਾ, ਮੈਂ ਕਿ ਮੇਰੇ ਪਿਤਾ ਜੀ ਦਾ ਨਾਮ ਤੁਲਸੀ ਖਾਨ ਹੈ, ਵੀ ਉਹ ਕਿਸ ਦਾ ਲੜਕਾ ਹੈ, ਮੈਨੂੰ ਇਹ ਜਵਾਬ ਦਿੱਤਾ ਜਾਵੇ। ਅਤੇ ਜੱਜ ਸਾਹਿਬ ਨੇ ਵੀ ਮਤਲਬ ਮੇਰੇ ਵੱਲ ਅੱਖਾਂ ਚੱਕ ਕੇ ਦੇਖਿਆ ਕਿ ਵੀ ਬੰਦੇ ਨੇ ਕੀ ਜਵਾਬ ਦਿੱਤਾ। ਮੈਂ ਕਿਹਾ ਜੀ ਤੁਸੀਂ ਮੈਨੂੰ ਇਹ ਦੱਸ ਦਿਓ ਮੇਰੇ ਬਾਪ ਦਾ ਬਾਪ ਕੌਣ ਹੈ। ਫਿਰ ਉੱਥੇ ਉਹਨਾਂ ਨੂੰ ਸਰਕਾਰੀ ਵਕੀਲ ਸਾਹਿਬ ਨੂੰ ਚੁੱਪ ਕਰਨਾ ਪੈ ਗਿਆ ਜੀ ਕਿ ਠੀਕ ਹੈ ਜੀ। ਉਸ ਤੋਂ ਬਾਅਦ ਜੀ ਸਾਡਾ ਕੇਸ ਹੁਣ ਤੱਕ ਚੱਲਦਾ ਆ ਰਿਹਾ ਜੀ। ਸਾਡੇ ਤੋਂ ਜੋ ਜੱਜ ਸਾਹਿਬ ਨੇ ਪੁੱਛਿਆ ਜੀ, ਦੇਖੋ ਜੀ ਝੂਠ ਮੈਂ ਬੋਲਣਾ ਜਾਂ ਕਾਗਜ਼ ਆਪ ਦੇ ਸਾਹਮਣੇ ਜੀ ਮੈਂ ਪੂਰੀ ਮੀਡੀਆ ਦੇ ਸਾਹਮਣੇ ਆਪ ਨੂੰ ਪੇਸ਼ ਕਰਨ ਲੱਗਿਆ ਵਾ ਜੀ। ਅਗਰ ਮੈਂ ਕੋਈ ਇਹਦੇ ਵਿੱਚ ਕੋਈ ਲੁਕਾਵਾਂ ਛੁਪਾਵਾਂ ਜੋ ਵੀ ਹੈਗਾ ਜੀ, ਸਾਨੂੰ ਵੀ ਪਤਾ ਹੈ, ਕਿਉਂਕਿ ਹੁਣ ਦੇਖੋ ਜੀ ਸਾਡੀ ਉਮੀਦ ਇਸ ਕਰਕੇ ਜਾਗੀ ਜੀ, ਮੈਂ ਖਬਰ ਲਵਾਉਣੀ ਇਸ ਕਰਕੇ ਚਾਹੀ ਜੀ ਕਿ ਤੇਜੀ ਸਾਹਿਬ ਪਿੰਡ ਸੀਸਮਾਂ ਦੇ ਅੰਦਰ ਜ਼ਮੀਨਾਂ ਦਾ ਬਹੁਤ ਜ਼ਿਆਦਾ ਰੌਲਾ ਹੋਇਆ ਵਾ ਕਿ ਮਤਲਬ ਪੰਚਾਇਤ ਦੀ ਛਡਵਾਉਣੀ ਆਪਾਂ ਨੇ ਜਾਂ ਮਤਲਬ ਜਿਹੜੇ ਧਨਾਡਾ ਨੇ ਦੱਬੀ ਵੀ ਉਹ ਜ਼ਮੀਨਾਂ ਛਡਵਾਉਣੀਆਂ ਨੇ। ਮੈਂ ਇਹ ਸੋਚਦਾ ਵੀ ਅਗਰ ਧਨਾਡਾ ਦੀ ਜ਼ਮੀਨਾਂ ਛਡਵਾਉਂਗੇ ਤੁਸੀਂ ਸਾਰਾ ਕੁਛ ਛਡਵਾਉਂਗੇ ਜੀ, ਵੀ ਜੋ ਮੇਰੇ ਬਾਪ ਦਾ ਹੱਕ ਹੈ ਜੀ, ਜੋ ਸਾਡੇ ਦਾਦਾ ਜੀ ਦਾ ਹੱਕ ਹੈ, ਦਾਦੇ ਦੀ ਪ੍ਰੋਪਰਟੀ ਦੇ ਪੁੱਤਾਂ ਦਾ ਹੀ ਹੱਕ ਹੁੰਦਾ ਜੀ, ਵੀ ਸਾਡੀ ਪ੍ਰੋਪਰਟੀ ਅਗਰ ਸਾਨੂੰ ਮਿਲ ਜਾਵੇ ਜੀ ਤਾਂ ਸਾਨੂੰ ਵੀ ਬੜੀ ਖੁਸ਼ੀ ਹੋਵੇਗੀ ਜੀ। ਨਹੀਂ ਤਾਂ ਦੇਖੋ ਅਸੀਂ ਪੰਜੇ ਭਾਈ ਹੈ ਜੀ, ਪੰਜੇ ਭਾਈ ਦਿਹਾੜੀ ਕਰਦੇ ਜੀ, ਮਿਹਨਤ ਮਜ਼ਦੂਰੀ ਕਰਦੇ, ਆਪਣੀ ਖਾ ਰਹੇ ਕਮਾ ਰਹੇ ਹੈ ਨਾ ਜੀ, ਰੋਟੀ ਤਾਂ ਹੁਣ ਵੀ ਖਾ ਰਹੇ ਜੀ। ਲੇਕਿਨ ਇੰਨੀ ਜ਼ਮੀਨ ਹੋਣ ਤੋਂ ਬਾਵਜੂਦ 43 ਵਿਗੇ ਜੀ ਜ਼ਮੀਨ ਕੋਈ ਮਹਿਨਾ ਰੱਖਾਂਦੀ 8-9 ਕਿੱਲੇ ਜੀ, ਕਿ ਅੱਜ ਸਾਡੇ ਕੋਲ ਮਤਲਬ ਇੱਕ ਵਿਸਵਾ ਵੀ ਨਹੀਂ ਹੈ ਜੀ। ਅੱਛਾ, ਜਿਹੜਾ ਕਤਲੇਆਮ ਹੋਇਆ 47 ਦੇ ਵੰਡ ਦੇ ਸਮੇਂ, ਉਹਦੇ ਵਿੱਚ ਤੁਹਾਡੇ ਕਿੰਨੇ ਪਰਿਵਾਰ ਦੇ ਮੈਂਬਰ ਕਤਲ ਕੀਤੇ ਗਏ? ਵੀ ਮੇਰੇ ਜੋ ਮੇਰਾ ਡੈਡੀ, ਮੇਰੀ ਮੰਮੀ, ਮੇਰੇ ਭੈਣ ਭਾਈ ਜਿੰਨੇ ਸੀਗੇ ਮੇਰੇ ਅੱਖਾਂ ਦੇ ਸਾਹਮਣੇ ਮਾਰੇ ਸਾਰੇ ਜੀ। ਠੀਕ ਹੈ ਜੀ। ਕਿ ਵੀ ਮੈਂ ਵੀ ਉਹਨਾਂ ਲਾਸ਼ਾਂ ਦੇ ਵਿੱਚ ਲੁਕਿਆ ਵਾ ਤਾ, ਇਹੀ ਸਾਡੇ ਤਾਇਆ ਜੀ ਦੱਸਦੇ ਨੇ। ਇਹ ਥੋੜ੍ਹਾ ਜਿਹਾ ਘਬਰਾ ਕੇ ਮਤਲਬ ਆਪ ਨੂੰ ਦੱਸ ਨਹੀਂ ਪਾਏ ਕਿ ਮੈਂ ਲਾਸ਼ਾਂ ਦੇ ਵਿੱਚ ਲੁਕ ਗਿਆ ਤਾ। ਠੀਕ ਹੈ ਜੀ। ਉਹਨਾਂ ਨੇ ਦੇਖਿਆ ਲੇਕਿਨ ਮੈਂ ਹਿੱਲਿਆ ਨਹੀਂ ਵੀ ਮੈਂ ਮਰ ਗਿਆ ਜੀ। ਇਹ ਬਿਆਨ ਕਰਦੇ ਸੀ, ਉਹਨਾਂ ਦੀ ਅੱਖਾਂ ਵਿੱਚ ਵੀ ਪਾਣੀ ਆ ਜਾਂਦਾ ਸੀ ਅਤੇ ਅੱਖਾਂ ਦੇ ਵਿੱਚ ਪਾਣੀ ਸਾਡੇ ਵੀ ਆ ਜਾਂਦਾ ਸੀ, ਕਿ ਉਹ ਕਹਿੰਦੇ ਵੀ ਮਤਲਬ ਨਾ ਛੋਟੇ ਛੋਟੇ ਬੱਚੇ ਨਾ ਮਰੀ ਵੀ ਮਾਂ ਨੂੰ ਛਾਤੀ ਦੇ ਉੱਪਰ ਦੁੱਧ ਚੁੰਘਦੇ ਸੀ। ਮਤਲਬ ਜਦੋਂ ਇਹ ਆਪਾਂ ਵਾਰਦਾਤ ਸੁਣਦੇ ਆ ਨਾ ਜੀ, ਅਤੇ ਫਿਰ ਅੱਖਾਂ ਦੇ ਵਿੱਚ ਮਤਲਬ ਆਟੋਮੈਟਿਕ ਰੋਣਾ ਆਉਂਦਾ ਸੀ ਕਿ ਮੇਰੇ ਮਾਲਕਾ ਮਤਲਬ ਉਹ ਟਾਈਮ ਕੈਸਾ ਸੀ। ਅਤੇ ਸਾਡੇ ਪਿਤਾ ਜੀ ਦੀ ਪਰਵਰਿਸ਼ ਜੋ ਕਰੀ ਜੀ ਇੱਕ ਹਿੰਦੂ ਪਰਿਵਾਰ ਨੇ ਕਰੀ ਹੈ ਜੀ। ਹਿੰਦੂ ਪਰਿਵਾਰ ਮਿਰਜ਼ਾਪੁਰ ਰਹਿੰਦਾ ਹੈ ਜੀ। ਬਚਨਾ ਰਾਮ ਸਨ ਆਫ ਰੂਲੀਆ ਰਾਮ ਜੀ, ਉਹ 3 ਭਰਾ ਸੀਗੇ ਜੀ। ਉਹਨਾਂ ਨੇ ਸਾਡੇ ਬਾਪ ਦੀ ਪਰਵਰਿਸ਼ ਕੀਤੀ, ਮੇਰਾ ਬਾਪ ਉੱਥੇ ਹੀ ਰਿਹਾ ਜੀ। ਉਸ ਤੋਂ ਬਾਅਦ ਜੀ ਸਾਡੇ ਜੇ ਤਾਏ ਦੀ ਸ਼ਾਦੀ ਸੀਗੀ ਜੀ, ਮੇਰੇ ਤਾਇਆ ਜੀ ਨੂੰ ਪਤਾ ਲੱਗਿਆ ਵੀ ਇੱਕ ਮਤਲਬ ਇਸ ਪਿੰਡ ਦਾ ਮੁਸਲਮਾਨ ਹੈ ਬੱਚਾ ਮਿਰਜ਼ਾਪੁਰ ਰਹਿੰਦਾ ਹੈ। ਫਿਰ ਸਾਡੇ ਤਾਇਆ ਜੀ ਨੇ ਜਾ ਕੇ ਉੱਥੇ ਨੂੰ ਟੋਲਿਆ ਜੀ, ਟੋਲ ਕੇ ਇਹਨਾਂ ਨੂੰ ਆਪਣੇ ਕੋਲ ਲਿਆਏ ਜੀ। ਉਹਨਾਂ ਦੇ ਵਿਆਹ ਵੀ ਚਾਹੇ ਸੀ ਵੀ ਸਾਡੇ ਫਾਦਰ ਸਾਹਿਬ ਨੂੰ ਇੱਥੇ ਹੀ ਇਹਨਾਂ ਨੇ ਆਪਣੇ ਕੱਚੀ ਜਿਹੀ ਕੋਠੜੀ ਦੇ ਕੇ ਇੱਥੇ ਹੀ ਰੱਖ ਲਿਆ ਤਾ ਜੀ। ਉਹਨਾਂ ਦਾ ਫਿਰ ਇੱਦਾਂ ਉਹਨਾਂ ਦੀ ਪਰਵਰਿਸ਼ ਹੋਈ ਹੈ ਜੀ। ਅੱਛਾ, ਤੁਹਾਨੂੰ ਜਿਹੜੀ ਉਮੀਦ ਹੁਣ ਕਿਉਂ ਜਾਗੀ ਹੈ? ਪਹਿਲਾਂ ਕਿਉਂ ਨਹੀਂ ਇਹ ਮੁੱਦਾ ਚੁੱਕਿਆ? 8-9 ਸਾਲ ਤੁਹਾਨੂੰ ਕੇਸ ਪਾਏ ਨੂੰ ਹੋ ਗਏ, ਹੁਣ ਕਿਉਂ ਉਮੀਦ ਜਾਗੀ ਹੈ? ਉਮੀਦ ਤਾਂ ਐ ਜਾਗੀ ਹੈ ਜੀ, ਮੈਂ ਜੋ ਸਰਕਾਰ ਦੇ ਵੱਲੋਂ ਦੇਖੋ ਹੁਣ ਅੱਜ ਕੱਲ੍ਹ ਫੇਸਬੁੱਕ ਦਾ ਜ਼ਮਾਨਾ ਜੀ, ਮੀਡੀਆ ਦਾ ਜ਼ਮਾਨਾ ਜੀ। ਹੁਣ ਅਸੀਂ ਦੇਖਦੇ ਹਾਂ ਜੀ ਵੀ ਫਲਾਣੀ ਜਗ੍ਹਾ ਜ਼ਮੀਨ ਛਡਾ ਲਈ ਸਰਕਾਰ ਨੇ, ਫਲਾਣੀ ਜਗ੍ਹਾ ਫਲਾਣੇ ਬੰਦੇ ਨਾਲ ਧੱਕਾ ਹੁੰਦਾ ਸੀ, ਉਹ ਮਤਲਬ ਜੋ ਨਜਾਇਜ਼ ਕਰਦਾ ਹੈ ਉਹਨਾਂ ਨੂੰ ਇਨਸਾਫ ਦੇ ਰਹੀ ਜੀ। ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੋਂ ਮਤਲਬ ਥੋੜ੍ਹਾ ਜਿਹਾ ਭਰੋਸਾ ਇਹ ਜਾਗਿਆ ਵੀ ਸ਼ਾਇਦ ਹੋ ਸਕਦਾ ਹੈ ਵੀ ਸਾਡੀ ਗਰੀਬਾਂ ਦੀ ਆਵਾਜ਼ ਉਹਨਾਂ ਦੇ ਕੰਨ ਤੱਕ ਜਾਵੇ ਜਾਂ ਸਾਡੇ ਜੱਜ ਸਾਹਿਬ ਤੱਕ ਜਾਵੇ, ਜੋ ਮੋਹਾਲੀ ਮੇਰਾ ਕੇਸ ਚੱਲਦਾ ਜੀ, ਹੈ ਨਾ ਜੀ, ਕਿ ਵੀ ਸਾਡਾ ਵੀ ਕੁਛ ਇਨਸਾਫ ਦੇ ਦੇਵੇ ਜਾਂ ਚੰਗੀ ਗੱਲ ਹੈ ਜੀ। ਨਹੀਂ ਤਾਂ ਦੇਖੋ
ਸਾਡਾ ਬਾਪ ਦਿਹਾੜੀ ਕਰਦਾ ਮਰ ਗਿਆ ਜੀ, ਅਸੀਂ ਵੀ ਦਿਹਾੜੀਆਂ ਕਰਦੇ ਕਰਦੇ 50-52 ਸਾਲ ਦੀ ਉਮਰ ਮੇਰੀ ਵੀ ਹੋ ਗਈ ਜੀ। ਇਹ ਬਜ਼ੁਰਗ ਮੇਰੇ ਤਾਇਆ ਜੀ ਬੈਠੇ ਨੇ, 80-82 ਸਾਲ ਦੀ ਉਮਰ ਇਹਦੀ ਹੋ ਗਈ ਜੀ। ਇਹਨਾਂ ਦੇ ਬੱਚੇ ਵੀ ਦਿਹਾੜੀਓ ਕਰ ਰਹੇ ਜੀ, ਦਿਹਾੜੀ ਕਰਕੇ ਮਤਲਬ ਆਪਣਾ ਪਲ ਪੂਰਾ ਕਰ ਰਹੇ ਜੀ। ਮਤਲਬ ਸਾਡੇ ਕੋਲ ਸੋਰਸ ਤਾਂ ਹੋਰ ਕੋਈ ਹੈ ਨਹੀਂ, ਮਤਲਬ ਸਾਡੇ ਕੋਲ ਇੱਕ ਵਿਸਵਾ ਵੀ ਆਪਣਾ ਹੋਵੇ ਜੀ। ਅਸੀਂ ਤਾਂ ਆਪਣੇ ਘਰ ਮਕਾਨ ਵੀ ਖੁਦ ਬਣਾਏ ਆ ਜੀ। ਹੁਣ ਮਤਲਬ 70 ਸਾਲ ਬਾਅਦ ਸਾਡੇ ਚੁੱਲ੍ਹੇ ਰੋਟੀ ਦੇ ਜੇ ਅਸੀਂ ਗੱਲ ਕਰੀਏ ਜੀ, 70 ਸਾਲ ਮਗਰੋਂ ਸਾਨੂੰ ਰੋਟੀ ਮਿਲਣ ਲੱਗੀ ਜੀ। ਹੁਣ ਮਤਲਬ 50-52 ਸਾਲ ਦੀ ਉਮਰ ਮੇਰੀ ਹੋ ਗਈ ਜੀ। 20 ਸਾਲਾਂ ਤੋਂ ਮਤਲਬ ਸਾਨੂੰ ਅਸੀਂ ਘਰ ਮਕਾਨ ਬਣਾਏ ਜੀ ਪੱਕੇ ਆਪਣੇ। 30 ਸਾਲ ਦੀ ਉਮਰ ਤੱਕ ਅਸੀਂ ਉਸੇ ਕੱਚੇ ਮਕਾਨਾਂ ਦੇ ਵਿੱਚ ਥੰਬੀਆਂ ਲਾ ਕੇ ਮਤਲਬ ਉੱਦਾਂ ਹੀ ਅਸੀਂ ਟਾਈਮ ਪਾਸ ਕਰਿਆ ਜੀ ਸਾਰਾ। ਠੀਕ ਹੈ ਜੀ। ਫਿਰ ਹੁਣ ਆਪ ਨੂੰ ਵੀ ਪਤਾ ਵੀ ਅੱਜ ਮਹਿੰਗਾਈ ਦਾ ਕਿੰਨਾ ਟਾਈਮ ਹੈ ਜੀ। ਠੀਕ ਹੈ ਨਾ ਜੀ, ਵੀ ਜੋ ਵੀ ਮੇਰਾ ਹੱਕ ਬਣਦਾ ਜੀ ਅਗਰ ਸਰਕਾਰ ਮੈਨੂੰ ਦੇ ਦਿੰਦੀ ਹੈ ਜੀ ਤਾਂ ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹੋਊਂਗਾ ਜੀ। ਠੀਕ ਹੈ, ਬਿਲਕੁਲ। ਤੁਸੀਂ ਦੇਖੋ ਕਿ ਲਗਾਤਾਰ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਹਰ ਇਨਸਾਨ ਦੀ ਆਸ ਵੱਜੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦੇ ਹੱਕ ਮਿਲ ਸਕਦੇ ਨੇ। ਤਾਂ ਇਸ ਨੂੰ ਲੈ ਕੇ ਅਕਬਰ ਖਾਨ ਤੇ ਨਾਲ ਉਹਨਾਂ ਦੇ ਤਾਇਆ ਜੀ ਨੇ ਗੁਹਾਰ ਲਗਾਈ ਹੈ ਸਰਕਾਰ ਨੂੰ ਕਿ ਜਿਸ ਤਰੀਕੇ ਨਾਲ ਪੰਚਾਇਤੀ ਜ਼ਮੀਨਾਂ ਛੜਾਈਆਂ ਜਾ ਰਹੀਆਂ ਨੇ ਤਾਂ ਉਹਨਾਂ ਦਾ ਵੀ ਜਿਹੜਾ ਬਣਦਾ ਹੱਕ ਹੈ ਕਾਫੀ ਲੰਬੇ ਸਮੇਂ ਤੋਂ ਕੋਰਟ ਦੇ ਵਿੱਚ ਜਿਹੜਾ ਗੁਹਾਰ ਲਗਾ ਰਹੇ ਨੇ। ਦੂਜੇ ਪਾਸੇ ਜਦੋਂ ਵੰਡ ਸੀ ਉਸ ਟਾਈਮ ਦੇ ਵਿੱਚ ਕਤਲੇਆਮ ਇਹਨਾਂ ਦੇ ਪਰਿਵਾਰ ਦੇ ਨਾਲ ਹੋਇਆ, ਕਈ ਮੈਂਬਰ ਇਹਨਾਂ ਦੇ ਪਰਿਵਾਰ ਦੇ ਮਾਰੇ ਗਏ ਉਸ ਕਤਲੇਆਮ ਦੇ ਵਿੱਚ। ਦੱਸਿਆ ਜਾਂਦਾ ਕਿ ਅੱਜ ਤੱਕ ਇਹਨਾਂ ਨੂੰ ਆਪਣਾ ਬਣਦਾ ਹੱਕ ਨਹੀਂ ਮਿਲਿਆ। ਤਾਂ ਇਸ ਨੂੰ ਲੈ ਕੇ ਜਿਹੜੇ ਲੋਕ ਦੇਖ ਰਹੇ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ, ਕਿਉਂਕਿ ਕੋਈ ਵੀ ਧਰਮ ਕੋਈ ਮਜ਼ਹਬ ਹੋਵੇ ਜਿਸ ਨਾਲ ਕੋਈ ਧੱਕਾ ਹੁੰਦਾ ਹੈ ਜਾਂ ਕਿਸੇ ਨੂੰ ਕਿਸੇ ਦਾ ਹੱਕ ਨਹੀਂ ਮਿਲ ਰਿਹਾ ਤਾਂ ਉਹਦੀ ਆਵਾਜ਼ ਚੁੱਕਣਾ ਸਾਡਾ ਫਰਜ਼ ਬਣਦਾ। ਸਾਡੇ ਨਾਲ ਖਵਾਜਾ ਖਾਨ ਬੂਟਾ ਸਾਡੇ ਨਾਲ ਨੇ। ਕਿਵੇਂ ਦੇਖਦੇ ਹੋ ਕਿ ਲਗਾਤਾਰ ਇਹ ਹਮੇਸ਼ਾ ਕਿਹਾ ਜਾਂਦਾ ਘੱਟ ਗਿਣਤੀਆਂ ਦੇ ਨਾਲ ਧੱਕਾ ਹੁੰਦਾ ਹੈ, ਪਰ ਦੱਸਿਆ ਜਾ ਰਿਹਾ ਕਿ ਤੁਹਾਡੇ ਹੱਕ ਨਹੀਂ ਮਿਲੇ ਜਿਹੜੇ ਤੁਹਾਡੀ ਜ਼ਮੀਨਾਂ ਦੇ ਤੁਹਾਡਾ ਹੱਕ ਸੀ? ਬਿਲਕੁਲ ਜੀ। ਹੁਣ ਜਦੋਂ ਉਹ ਗੱਲਾਂ ਯਾਦ ਕਰਾਈਆਂ ਸਾਡੇ ਬਜ਼ੁਰਗਾਂ ਨੇ, ਲੰਬੜਦਾਰ ਲਾਲ ਖਾਨ ਜੀ ਨੇ, ਇੱਕ ਤਾਂ ਬੜਾ ਮਨ ਉਦਾਸ ਹੋਇਆ ਕਿ ਕਿਸ ਤਰ੍ਹਾਂ ਦਾ ਮਾਹੌਲ ਤਾਂ, ਕਿਆ ਰੱਬ ਦੀ ਮਾਰ ਤੇ ਕਿਉਂਕਿ ਉਸ ਪਾਸੇ ਵੀ ਨੁਕਸਾਨ ਹੋਇਆ, ਇਸ ਪਾਸੇ ਵੀ ਨੁਕਸਾਨ ਹੋਇਆ। ਜਦੋਂ ਬਜ਼ੁਰਗਾਂ ਨੇ ਦੱਸਿਆ ਕਿ ਮੈਂ ਤਾਂ ਲੋਥਾਂ ਦੇ ਢੇਰ ਦੇ ਥੱਲੇ ਦਬ ਕੇ ਬਚਿਆ, ਫਿਰ ਆ ਕੇ ਇੱਥੇ ਕਸਮਕਸ ਕਰੀ ਜ਼ਿੰਦਗੀ ਦੀ। ਵੀ ਇੱਕ ਤਾਂ ਇਹਨਾਂ ਨੂੰ ਇਹ ਸਲਾਮ ਹੈ ਵੀ ਆਪਣੇ ਮੁਲਕ ਨਾਲ ਇਹਨਾਂ ਨੂੰ ਕਿੰਨੀ ਮੁਹੱਬਤ ਹੈ ਕਿ ਜਦੋਂ ਉੱਥੇ ਤੋਂ ਗੱਡੀਆਂ ਵੀ ਆ ਰਹੀਆਂ ਪਾਕਿਸਤਾਨ ਤੋਂ ਢੋਂਦੇ ਫਿਰਦੇ ਤੇ ਇੰਡੀਆ ਦੀ ਫੌਜ ਵੀ ਇਹਨਾਂ ਨੂੰ ਚੱਕ ਚੱਕ ਕੇ ਟ੍ਰੇਨਾਂ ਬਿਠਾਉਂਦੀ ਦੀ। ਮਤਲਬ ਇਸ ਮਿੱਟੀ ਨਾਲ ਇਹਨਾਂ ਦੀ ਇੰਨੀ ਮੁਹੱਬਤ ਸੀ ਕਿ ਜਿੱਥੇ ਅਸੀਂ ਜੰਮੇ ਹੈ ਉੱਥੇ ਹੀ ਦਫਨ ਹੋਣਾ। ਇਹਨਾਂ ਨੂੰ ਸਲਾਮ ਹੈ ਸਾਡੇ ਨੂੰ ਬਜ਼ੁਰਗਾਂ ਨੂੰ। ਕਸਮਕਸ ਕਰੀ, ਫਾਕੇ ਕੱਟੇ, ਕਹਿ ਰਹੇ ਕਿ ਰੋਟੀ ਨਹੀਂ ਜੁੜਦੀ ਤੀ, ਅਸੀਂ ਭੁੱਖੇ ਵੀ ਮਤਲਬ ਕਈ ਸਾਲ ਗੁਜ਼ਾਰੇ। ਤਾਂ ਫਿਰ ਇੰਨੀਆਂ ਜਾਇਦਾਦਾਂ ਇਹਨਾਂ ਦੀਆਂ ਹੋ ਕੇ ਅੱਜ ਮਤਲਬ ਇਹ ਇੱਕ ਬਾਕੀ ਲੋਕਾਂ ਦੀ ਤਰ੍ਹਾਂ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਟਾਈਮ ਪਾਸ ਕਰਦੇ। ਹੁਣ ਪੰਜਾਬ ਦੀ ਜਿਹੜੀ ਸਰਕਾਰ ਬਣੀ ਹੈ, ਜਿਸ ਤਰ੍ਹਾਂ ਬਾਕੀ ਸਾਰੇ ਲੋਕਾਂ ਨੂੰ ਉਹਨਾਂ ਤੋਂ ਉਮੀਦਾਂ ਜਾਗੀਆਂ ਵੀ ਉਹ ਪੰਚਾਇਤਾਂ ਨੂੰ ਵੀ ਜ਼ਮੀਨਾਂ ਛਡਾ ਕੇ ਦੇ ਰਹੇ, ਅਸੀਂ ਉਹਨਾਂ ਦੀ ਵੀ ਸ਼ਲਾਘਨਾ ਕਰਦੇ ਹਾਂ ਕਿ ਜਿਹੜੀ ਲੋਕਾਂ ਦੀ ਸੋਚ ਸੀ ਉਹ ਅੱਜ ਸਰਕਾਰ ਕਰ ਰਹੀ ਹੈ। ਚਾਹੇ ਪੰਚਾਇਤਾਂ ਦੇ ਰੈਜੂਲੇਸ਼ਨ ਪਵਾਉਣੇ, ਚਾਹੇ ਪਿੰਡ ਜਾ ਕੇ ਜਿਹੜੇ MLA ਸਾਹਿਬ ਹੈ ਸਾਡੇ ਹਲਕੇ ਦੇ ਉਹ ਨਜਾਇਜ਼ ਕਬਜ਼ੇ ਜਿਹੜੇ ਛਡਵਾ ਰਹੇ ਹੈ, ਗਰੀਬਾਂ ਨਾਲ ਜਿੱਥੇ ਧੱਕਾ ਹੋ ਰਿਹਾ ਤਾਂ ਉਹਨਾਂ ਦੀ ਉਹ ਮਦਦ ਕਰ ਰਹੇ ਹੈ। ਇਸੇ ਤਰ੍ਹਾਂ ਇਹ ਜਿਹੜੇ ਪਰਿਵਾਰ ਹੈ ਸਾਡੇ ਸਿਸਮਾ ਪਿੰਡ ਹੈ ਪੰਜਾਬ ਲੈਵਲ 'ਤੇ ਮਸ਼ਹੂਰ ਹੈ। ਤੁਸੀਂ ਬਠਿੰਡੇ ਜਾ ਕੇ ਦੇਖੋਗੇ ਉੱਥੇ ਵੀ ਠੱਡੀਆਂ ਲੱਗੀਆਂ ਹੋਈਆਂ ਸਿਸਮਾਂ ਦੀਆਂ। ਤਾਂ ਸਾਡੇ ਵੀ ਇਹ ਭਾਈਚਾਰਾ ਜਿਹੜਾ ਇੱਥੇ ਰਹਿ ਰਿਹਾ, ਜੱਦੀ ਜਿਹੜੇ ਇੱਥੇ ਦੇ ਵਸਨੀਕ ਹੈ ਔਰ ਬੜੇ ਜਾਇਦਾਤੀ ਹੋ ਕੇ ਵੀ ਜਿਹੜੇ ਅੱਜ ਦਿਹਾੜੀ ਮਜ਼ਦੂਰੀ ਕਰਨੇ ਨੂੰ ਮਜਬੂਰ ਹੈ, ਕਿ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਉਹ ਉਸ ਟਾਈਮ ਮਤਲਬ ਜਿਸ ਤਰ੍ਹਾਂ ਇਹਨਾਂ ਦੇ ਬਜ਼ੁਰਗਾਂ ਦਾ ਜਦੋਂ ਕਤਲ ਹੋ ਗਿਆ ਤੇ ਵਿਰਾਸਤ ਦਾ ਇੰਤਕਾਲ ਇਹਨਾਂ ਦੇ ਅੱਗੇ ਨਾਮ ਚੜ੍ਹਿਆ ਨਹੀਂ, ਉਹ ਕਿਸੇ ਤਰ੍ਹਾਂ ਰੁਲ ਗਿਆ। ਹੁਣ ਸਰਕਾਰ ਨੂੰ ਤਾਂ ਸਾਡੀ ਇਹੀ ਗੁਜ਼ਾਰਿਸ਼ ਬੇਨਤੀ ਹੈ ਕਿ ਕਿਸੇ ਆਲਾ ਸਾਡੇ ਜਿਹੜੇ ਇਮਾਨਦਾਰ ਆਫੀਸਰ ਹੈ ਉਹਨਾਂ ਦੀ ਡਿਊਟੀ ਲਾ ਕੇ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਅਗਰ ਚਾਹੇ ਸਰਕਾਰ। ਤਾਂ ਸਾਡੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿੱਥੇ ਤੁਸੀਂ ਹਰ ਮਜ਼ਹਬ ਹਰ ਵਰਗ ਦੇ ਲੋਕਾਂ ਦੀ ਗੱਲ ਸੁਣ ਰਹੇ ਹੈ ਬਹੁਤ ਧਿਆਨ ਨਾਲ, ਕਿ ਸਾਡਾ ਮੁਸਲਿਮ ਭਾਈਚਾਰਾ ਜਿਹੜਾ 47 ਤੋਂ ਬੜਾ ਦਬਿਆ ਕੁਚਲਿਆ ਪਿਛੜਿਆ ਵਾ ਹੈ, ਅਤੇ ਸਾਡੀਆਂ ਵੀ ਜਿਹੜੀਆਂ ਕਿਤੇ ਜਾਇਦਾਦਾਂ ਇਹਨਾਂ ਬਜ਼ੁਰਗਾਂ ਦੀਆਂ ਉਹ ਅਗਰ ਇਹਨਾਂ ਨੂੰ ਮਿਲ ਜਾਂਦੀਆਂ ਤੇ ਸਾਡੇ ਲੋਕ ਵੀ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਆ। ਮੈਂ ਤਾਂ ਇਹੀ ਗੁਜ਼ਾਰਿਸ਼ ਬੇਨਤੀ ਸਰਕਾਰ ਨੂੰ ਕਰ ਸਕਦਾ। ਦੇਖੋ ਕਿ ਲਗਾਤਾਰ ਜਿਹੜੇ ਲੋਕਾਂ ਦੀਆਂ ਉਮੀਦਾਂ ਵੱਧਦੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਪਰਿਵਾਰਾਂ ਦੇ ਨਾਲ ਕਤਲੇਆਮ ਹੋਇਆ ਹੋਵੇ ਉਹਨਾਂ ਦੀ ਜ਼ਮੀਨਾਂ 43 ਵਿਗੇ 20 ਵਿਗੇ ਜਿਹੜੀਆਂ ਬੋਲਦੀਆਂ ਹੋਣ, ਡਾਕੂਮੈਂਟ ਕੋਲ ਨੇ, ਫਰਦਾਂ ਪੁਰਾਣੀਆਂ ਕੋਲ ਨੇ, 1950 ਦੀਆਂ ਫਰਦਾਂ ਉਹਨਾਂ ਦੇ ਕੋਲ ਨੇ, ਪਰ ਉਸ ਤੋਂ ਬਾਅਦ ਰਿਕਾਰਡ ਦੇ ਨਾਲ ਛੇੜਛਾੜ ਕਿਸ ਨੇ ਕੀਤੀ ਹੈ, ਕਿਸ ਨੇ ਹੋਰ ਜਗ੍ਹਾ ਇੰਤਕਾਲ ਚੜਾਇਆ ਹੈ, ਇਹ ਇੱਕ ਜਾਂਚ ਦਾ ਵਿਸ਼ਾ ਹੈ। ਅਗਰ ਸਰਕਾਰ ਚਾਹੇ ਤਾਂ ਕਿਤੇ ਨਾ ਕੋਈ ਇੱਦਾਂ ਦੀ ਕਮੇਟੀ, ਇੱਦਾਂ ਦੀ SIT ਬਿਠਾ ਕੇ ਇਹਨਾਂ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਜਾਂ ਜਿਨ੍ਹਾਂ ਦੇ ਉੱਤੇ ਕਤਲੇਆਮ ਹੋਇਆ, ਜਿਨ੍ਹਾਂ ਦੇ ਪਰਿਵਾਰ ਨੂੰ ਉਸ ਕਤਲੇਆਮ ਦੇ ਵਿੱਚ ਮਾਰ ਦਿੱਤਾ ਹੈ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਨਸਾਫ ਮਿਲਣਾ ਚਾਹੀਦਾ। ਜਿਹੜੇ ਲੋਕ ਦੇਖ ਰਹੇ ਨੇ, ਭਾਵੇਂ ਕੋਈ ਮਜ਼ਹਬ ਹੋਵੇ, ਭਾਵੇਂ ਕੋਈ ਵੀ ਧਰਮ ਹੋਵੇ,
ਅਗਰ ਕਿਸੇ ਨਾਲ ਧੱਕਾ ਹੋਇਆ, ਕਿਸੇ ਦਾ ਕਤਲੇਆਮ ਹੋਇਆ ਤਾਂ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਨੇ। ਇਹੀ ਹਰ ਇਨਸਾਨ ਦੀ ਅੰਦਰੋਂ ਫਰਿਆਦ ਹੁੰਦੀ ਹੈ। ਤਾਂ ਦੇਖਦੇ ਹਾਂ ਹੁਣ ਸਰਕਾਰ ਤੱਕ ਤੁਹਾਡਾ ਕੰਮ ਹੈ ਇਸ ਖਬਰ ਨੂੰ ਪਹੁੰਚਾਉਣਾ, ਵੱਧ ਤੋਂ ਵੱਧ ਸ਼ੇਅਰ ਕਰਨਾ, ਜਿਹਦੇ ਨਾਲ ਕਿ ਮੁਸਲਿਮ ਭਾਈਚਾਰਾ ਦੇ ਜਿਹੜੇ ਹੱਕ ਨੇ ਉਹ ਮਿਲ ਸਕਣ। ਤੁਹਾਡੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼, ਚੰਡੀਗੜ੍ਹ।